ये कुछ दवाइयाँ। दो सौ 150 आपके हुए बाबा जी 1350 रुपये। इस वक्त तो मेरे पास इतने ही हैं, बाकी खाते में लिख लो। बाबा जी आज फिर कितने लिखूं खाते में? अब कोई भी पैसा खाते में लिखने की जरूरत नहीं। लॉटरी लग गई बाबा जी? हाँ, बस यूं समझ लो कि लॉटरी लग गई। जब से पंजाब की भगवंत मान सरकार ने महंगे बिजली के बिल जीरो करके हमारे कंधों से बोझ हटाया है ना, तब से हमें उधार लेने की जरूरत ही नहीं पड़ती। सही है। अब तो समझो कि पंजाब के घर घर की ना लॉटरी ही लग गई है। भगवंत मान के नेतृत्व वाली पंजाब सरकार में पंजाब के लगभग 86% परिवारों का बिजली का बिल जीरो आया है। ਅੱਜ ਜਲੰਧਰ ਦੇ ਇੱਕ ਨਿੱਜੀ ਕਾਲਜ ਦੇ ਵਿੱਚ NRI ਸੰਮੇਲਨ ਰੱਖਿਆ ਗਿਆ, ਜਿੱਥੇ NRI ਨਾਲ ਮਿਲਣੀ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ। ਕਾਫੀ 4 ਜ਼ਿਲ੍ਹਿਆਂ ਤੋਂ NRI ਬੁਲਾਏ ਗਏ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਨੇ। ਸਾਡੇ ਨਾਲ ਮੌਜੂਦ ਹੈ NRI ਸਰ, ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ, ਕਿੰਨੀ ਦੇਰ ਬਾਅਦ ਇੰਡੀਆ ਆਏ ਹੋ? ਮੈਂ ਜੀ ਸੀਨੀਅਰ ਆਨਰਰੀ NRI ਕੋਆਰਡੀਨੇਟਰ ਹਾਂ ਤੇ ਮੈਂ ਮੈਂਬਰ ਆਫ ਹਾਈ ਪਾਵਰਡ ਇਨਵੈਸਟਮੈਂਟ ਕਮੇਟੀ ਗਵਰਨਮੈਂਟ ਆਫ ਪੰਜਾਬ ਹੀ ਹਾਂ। ਮੈਂ ਗਵਰਨਮੈਂਟ ਵੱਲੋਂ ਅਪਾਇੰਟਡ ਕੀਤਾ ਹੋਇਆ ਕੋਆਰਡੀਨੇਟਰ ਹਾਂ, ਸੀਨੀਅਰ ਕੋਆਰਡੀਨੇਟਰ। ਸੋ ਮੈਨੂੰ 2 ਸਾਲ ਹੋ ਗਿਆ ਜੀ ਇੱਥੇ ਰਹਿੰਦਿਆਂ ਨੂੰ। ਮੈਂ ਆਉਂਦਾ ਜਾਂਦਾ ਰਹਿਣਾ, ਮੈਂ ਜ਼ਿਆਦਾ ਟਾਈਮ ਪੰਜਾਬ 'ਚ ਹੀ ਰਹਿ ਰਿਹਾ ਔਰ ਕੰਮ ਕਰ ਰਿਹਾ ਡਿਫਰੈਂਟ ਡਿਪਾਰਟਮੈਂਟਸ ਨਾਲ। ਡਿਫਰੈਂਟ ਜਿਹੜੇ ਕਹਿ ਲਓ ਵੀ ਕੁਛ ਏਰੀਏ, ਜਿਵੇਂ ਐਜੂਕੇਸ਼ਨ ਹੋ ਗਿਆ, ਉਸ ਦੇ ਨਾਲ ਹੈਲਥ ਸੈਕਟਰ ਹੋ ਗਿਆ, ਸਪੋਰਟਸ ਹੋ ਗਿਆ, ਟੂਰਿਜ਼ਮ, ਚਲੋ ਹਾਲੇ ਕੋਵਿਡ ਕਰਕੇ ਨਹੀਂ, ਪਰ ਵੀ ਆ ਵਰਕਿੰਗ, ਅਸੀਂ ਉਹਨਾਂ 'ਤੇ ਕੰਮ ਕਰ ਰਹੇ ਹਾਂ। ਮੈਂ ਲੀਡ ਕਰ ਰਿਹਾ ਜੀ 32 ਕੋਆਰਡੀਨੇਟਰਸ ਨੇ ਗਲੋਬਲੀ, ਜਿਹੜੇ ਸਰਕਾਰ ਨੇ ਅਪਾਇੰਟ ਕੀਤੇ ਨੇ। ਸੇਮ ਟਾਈਮ ਅਸੀਂ ਜਿਹੜਾ ਹੈ ਕਿ ਅਸੀਂ ਇਨਵੈਸਟਮੈਂਟ ਤੇ ਪ੍ਰੋਜੈਕਟਸ 'ਤੇ ਕੰਮ ਕਰਦੇ ਹਾਂ। ਮੇਰੀ 38 GS ਦੀ ਜਿਹੜੀ ਹੈਗੀ ਜਰਨੀ UK ਦੇ ਵਿੱਚ, 36 ਸਾਲ UK, 2 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ ਜੀ ਔਨ ਦ ਗਰਾਊਂਡ ਇਨ ਦ ਸਿਸਟਮ। ਤੇ ਉਹਦੇ ਤੇ ਇਹ ਹੈਗਾ ਕਿ ਸਾਨੂੰ ਸਮਝਣਾ ਪੈਣਾ ਕਿ ਸਾਨੂੰ ਕੀ ਲੋੜ ਆ, ਪੰਜਾਬ 'ਚ ਪ੍ਰੋਬਲਮਸ ਕੀ ਨੇ। ਪਹਿਲੀ ਗੱਲ ਤਾਂ ਉਹ ਸਮਝਣਾ, ਫਿਰ ਉਹਨਾਂ ਦੇ ਸੋਲੂਸ਼ਨ ਕੀ ਨੇ ਜੀ। ਸੋ ਜਿਵੇਂ ਤੁਸੀਂ ਮੇਰੇ ਨਾਲ ਪੁੱਛਿਆ ਪਹਿਲਾਂ ਗੱਲਬਾਤ ਦੇ ਦੌਰਾਨ ਕਿ ਪੰਜਾਬ ਦੇ ਵਿੱਚ ਜਿਹੜੇ NRIs ਨੂੰ ਬੜੇ ਇਸ਼ੂ ਨੇ, ਆਪਾਂ ਪਹਿਲਾਂ NRIs ਇਸ਼ੂ ਦੀ ਹੀ ਗੱਲ ਕਰ ਲਈਏ ਕਿ ਪ੍ਰੋਪਰਟੀ ਦੇ ਇਸ਼ੂ ਨੇ ਸਾਨੂੰ, ਫਿਰ ਸਾਡੇ ਕੁਝ ਮੈਰਿਟਲ ਨੇ। ਹੁਣ ਜਿਵੇਂ ਕਿ ਧਾਰੀਵਾਲ ਸਾਹਿਬ ਨੇ ਦੱਸਿਆ, ਮੈਰਿਟਲ ਇਸ਼ੂਜ਼ ਵੀ ਬਹੁਤ ਨੇ ਕਿ ਬਹੁਤ ਕੁਝ ਹੋ ਰਿਹਾ, ਧੋਖਾ ਹੋ ਰਿਹਾ, ਸਟੂਡੈਂਟ ਜਾਂਦੇ ਆ ਜਾਂ ਐਗਰੀਮੈਂਟ ਹੁੰਦੇ ਆ, ਕੰਟਰੈਕਟ ਮੈਰਿਜਸ ਹੁੰਦੀਆਂ। ਐਟ ਦ ਸੇਮ ਜਿਹੜੇ ਪ੍ਰੋਪਰਟੀ ਇਸ਼ੂਜ਼ ਆ, ਉਹ ਦੇਖ ਲਓ ਵੀ ਜਿਨ੍ਹਾਂ ਨੂੰ ਤੁਸੀਂ ਚਾਹੇ ਕਿਰਾਏ 'ਤੇ ਦਿੰਦੇ ਮਕਾਨ, ਜਾਂ ਤੁਸੀਂ ਜ਼ਮੀਨ ਦਿੰਦੇ ਆ ਵਾਹੁਣ ਵਾਸਤੇ, ਜਾਂ ਤੁਹਾਡੇ ਪਰਿਵਾਰ ਦੇ ਵਿੱਚ ਹੀ ਕਈ ਵਾਰੀ ਹੈ ਕਿ NRIs ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ। ਤੇ NRIs ਜਦੋਂ ਕਰਾਉਂਦੇ ਤੇ ਉਹਨਾਂ 'ਤੇ ਹੋਰ ਫੇਕ ਕੇਸਿਸ ਅੱਜ ਨਿਕਲ ਕੇ ਆਇਆ ਬਹੁਤ ਜ਼ਿਆਦਾ, ਪਤਾ ਆਪਾਂ ਨੂੰ ਕਿ ਫੇਕ ਕੇਸਿਸ ਕਰ ਦਿੱਤੇ ਜਾਂਦੇ ਤੇ ਉਹਨਾਂ ਨੂੰ PO ਕਰਾਰ ਦਿੱਤਾ ਜਾਂਦਾ, ਤੇ ਉਹ ਆ ਹੀ ਨਹੀਂ ਸਕਦੇ, ਤੇ ਆ ਕੇ ਤਾਂ ਆਪਣਾ ਕੇਸ ਵੀ ਕਿਵੇਂ ਡਿਫੈਂਡ ਕਰਨਗੇ। ਸੋ NRIs ਨੂੰ ਪ੍ਰੋਟੈਕਟ ਕਰਨਾ ਚਾਹੀਦਾ, NRIs ਦੀ ਪ੍ਰੋਪਰਟੀ ਪ੍ਰੋਟੈਕਟ ਕਰਨੀ ਚਾਹੀਦੀ ਹੈ, ਫਿਰ ਹੀ NRI ਦਾ ਕੌਨਫੀਡੈਂਸ ਵਧੇਗਾ। ਸੋ ਇਸ ਕਰਕੇ ਇਹ ਬਹੁਤ ਸੀਰੀਅਸ ਇਸ਼ੂ ਆ ਜਿਹੜੇ ਅੱਜ ਡਿਸਕਸ ਹੋਇਆ, ਇਹਨਾਂ 'ਤੇ ਕੰਮ ਹੋਣਾ ਚਾਹੀਦਾ। ਉਸ ਤੋਂ ਬਾਅਦ ਆਉਂਦਾ ਕਿ NRIs ਕੀ ਕਰ ਸਕਦੇ ਪੰਜਾਬ ਲਈ। ਤੁਸੀਂ ਕਿਉਂਕਿ ਕਈ NRI ਇੱਥੇ ਪਹੁੰਚੇ ਹੈ, ਸਾਰੇ ਜਿਹੜੇ NRI ਹੈ ਜ਼ਿਆਦਾਤਰ ਮਾਯੂਸ ਦੇਖੇ, ਮਗਰ ਤੁਸੀਂ ਇੱਕ ਦੇਖਿਓ ਜਿਹੜੇ ਹੱਸਦੇ ਹੋਏ ਦਿਖਾਈ ਦਿੱਤੇ। ਮੇਰਾ ਇਹ ਹੈ ਜੀ, ਕਿਉਂਕਿ ਇੱਕ ਤਾਂ ਚਲੋ ਮੇਰੀ ਜਰਨੀ ਬਹੁਤ ਯੂਨੀਕ ਰਹੀ ਹੈ ਜੀ। ਮੇਰੀ ਐਜੂਕੇਸ਼ਨ ਬੈਕਗਰਾਊਂਡ ਚਾਹੇ ਪੰਜਾਬ ਤੋਂ ਕਹਿ ਲਓ ਤੇ ਜਾਂ UK ਤੋਂ ਕਹਿ ਲਓ, ਜਾਂ ਮੇਰਾ ਐਕਸਪੀਰੀਅੰਸ, ਮੇਰੀ ਕਨੈਕਟੀਵਿਟੀ, ਤੇ ਮੈਂ ਆਇਆ ਪੰਜਾਬ ਦੇ ਵਿੱਚ ਕੁਝ ਲੈ ਕੇ, ਮੈਂ ਦੇਣ ਵਾਸਤੇ ਆਇਆ ਕਿ ਮੇਰਾ ਜਿਹੜਾ ਜਿੰਨਾ ਵੀ ਐਕਸਪੀਰੀਅੰਸ ਹੈ, ਜਿੰਨੀ ਵੀ ਕਨੈਕਟੀਵਿਟੀ ਆ, ਤੇ ਮੈਂ ਉਹ ਪੰਜਾਬ ਦੇ ਲਈ ਕੁਝ ਮੈਂ ਸੇਵਾ ਕਰਾਂ। ਇੱਥੇ ਮੈਂ ਕੁਝ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟਸ ਲੈ ਕੇ ਆਵਾਂ, ਪੰਜਾਬ ਦੇ ਵਿੱਚ ਕੋਈ ਨਵੇਂ ਇਨੀਸ਼ੀਏਟਿਵਸ ਆਉਣ। ਸੋ ਇਸ ਕਰਕੇ ਮੇਰੇ 'ਚ ਪੋਜ਼ੀਟਿਵਿਟੀ ਆ ਕਿ ਮੈਂ ਕੁਝ ਬਾਕੀਆਂ ਨੂੰ ਇੰਸਪਾਇਰ ਕਰਾਂ ਵੀ ਜੇ ਮੈਂ ਕਰ ਸਕਦਾ ਤੁਸੀਂ ਵੀ ਕਰੋ। ਜੇ ਤੁਸੀਂ ਜਿੰਨਾ ਵੀ ਆ ਸਕਦੇ ਹੋ, ਜੇ ਤੁਸੀਂ ਨਹੀਂ ਇੰਨਾ ਸਮਾਂ ਦੇ ਸਕਦੇ, ਤੁਸੀਂ ਕੋਈ ਫਾਈਨੈਂਸ ਦੇ ਵਿੱਚ ਕੋਈ ਇਨਵੈਸਟਮੈਂਟ, ਕੋਈ ਸਕੂਲ ਕਾਲਜ ਪਿੰਡਾਂ ਦੇ ਵਿੱਚ ਅਡੋਪਟ ਕਰ ਸਕਦੇ ਆ, ਜਾਂ ਡਿਵੈਲਪਮੈਂਟ ਕਰਾ ਸਕਦੇ ਆ ਐਜੂਕੇਸ਼ਨ ਦੇ ਵਿੱਚ, ਕੋਈ ਹੈਲਥ ਸੈਕਟਰ ਦੇ ਵਿੱਚ ਹਸਪੀਟਲ ਵਗੈਰਾ ਜਾਂ ਕਲੀਨਿਕ ਵਗੈਰਾ ਜਿਵੇਂ ਸਰਕਾਰ ਦੇ ਹੈਗੇ, ਉਹਨਾਂ 'ਚ ਹੈਲਪ ਕਰ ਸਕਦੇ ਆ। NRIs
ਕਾਫੀ ਕਰਨਾ ਚਾਹੁੰਦੇ ਨੇ ਪਰ ਉਹਨਾਂ ਵਾਸਤੇ ਇੱਕ এনवायरमेंट ਨਹੀਂ ਹੈਗਾ, ਇਨਸੈਂਟਿਵ ਵੀ ਨਹੀਂ ਹੈ। ਸਾਨੂੰ ਥੋੜ੍ਹੇ ਜਿਹੇ ਇਨਸੈਂਟਿਵ ਦੇਣੇ ਚਾਹੀਦੇ ਆ ਈਵਨ ਇੰਡਸਟਰੀ ਵਾਸਤੇ, ਕਿਉਂਕਿ ਪੰਜਾਬ ਦੀ ਇੰਡਸਟਰੀ ਕਾਫੀ ਬਾਹਰ ਜਾ ਚੁੱਕੀ ਆ। ਸਾਨੂੰ ਅਗਰ ਅਸੀਂ ਇੰਡਸਟਰੀ ਲਿਆਉਣੀ ਆ ਬਾਹਰੋਂ, ਮਲਟੀਨੈਸ਼ਨਲ ਕੰਪਨੀਆਂ ਆਉਣਗੀਆਂ ਤੇ ਸਾਨੂੰ ਉਹਦੇ ਵਾਸਤੇ এনवायरमेंट, ਉਹਦੇ ਵਾਸਤੇ ਕੰਪੈਟੀਟਿਵ ਇਨਸੈਂਟਿਵ ਦੇਣੇ ਪੈਣੇ ਆ। ਆਂਧਰਾ ਪ੍ਰਦੇਸ਼ ਦੇ ਵਿੱਚ ਕਿਉਂ FDI ਜ਼ਿਆਦਾ ਹੈ ਜੀ, ਤੇਲੰਗਾਨਾ 'ਚ ਕਿਉਂ ਆ, ਯੂਪੀ ਵੀ ਸਾਡੇ ਨਾਲ ਅੱਗੇ ਲੰਘ ਗਿਆ, ਪੰਜਾਬ 'ਚ ਕਿਉਂ ਨਹੀਂ? ਮੇਰੀ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ, ਅਸੀਂ ਪ੍ਰੋਜੈਕਟਸ 'ਤੇ ਵੀ ਕੰਮ ਕਰਦੇ ਹਾਂ, ਪਰ ਮੇਰੇ ਨਾਲ ਇਹ ਵੀ ਹੁੰਦਾ ਕਿ ਹੋਰ ਕਿਹੜੇ ਇਨੀਸ਼ੀਏਟਿਵ। ਸਪੋਰਟਸ 'ਤੇ ਵੀ ਮੈਂ ਗੱਲ ਕਰ ਰਿਹਾ ਸੀ ਹੁਣੇ ਕਿ ਅਸੀਂ ਨਾ ਜੀ ਕਬੱਡੀ ਨੈਸ਼ਨਲ ਸਟਾਈਲ ਜਿਹੜੀ ਕਿ ਸਾਊਥ ਦੇ ਵਿੱਚ ਬਹੁਤ ਪਪੂਲਰ ਹੈ, ਤੁਸੀਂ ਵੇਖਿਆ ਕਿ ਟੀਵੀ 'ਤੇ ਕਿਵੇਂ ਉਹਦੇ ਪਲੇਅਰ ਇੰਨੇ ਮਤਲਬ ਕਿ ਮੁੱਲ ਨੂੰ ਉਹ ਵਿਕ ਰਹੇ ਨੇ, ਤੇ ਉਹ ਜੇ ਇੰਨੀ ਪਪੂਲਰ ਸਾਊਥ ਤੇ ਉਹ ਸਾਡੇ ਪੰਜਾਬ 'ਚ ਕਿਉਂ ਨਹੀਂ ਹੈਗੀ? ਉਹ ਬਾਹਰ UK ਦੇ ਵਿੱਚ ਲਾਂਚ ਹੋਈ ਹੈ ਜੀ, ਦੁਬਾਰਾ ਬ੍ਰਿਟਿਸ਼ ਕਬੱਡੀ ਲੀਗ ਸ਼ੁਰੂ ਹੋਈ ਆ। UK ਦੇ ਵਿੱਚ ਸਾਡੀ ਵੈਸਟ ਮਿਡਲੈਂਡ ਦੇ ਵਿੱਚ ਜਿੱਥੇ ਕਾਮਨਵੈਲਥ ਗੇਮਾਂ ਹੋਈਆਂ, ਉੱਥੇ ਕਬੱਡੀ ਵਰਲਡ ਕੱਪ ਹੋ ਰਿਹਾ ਜੀ। ਉਹਦੇ ਵਿੱਚ ਲੋਕਲ ਗਵਰਨਮੈਂਟ, ਉਹਦੇ ਵਿੱਚ ਜਿਹੜੇ ਪਾਰਟਨਰਸ ਨੇ ਉਹ ਐਕਚੁਅਲੀ ਕਰਾ ਰਹੇ ਨੇ ਇੱਕ ਇੰਟਰਨੈਸ਼ਨਲ ਕਬੱਡੀ ਵਰਲਡ ਕੱਪ। ਉਹਦੇ ਵਿੱਚ ਸਾਨੂੰ ਬੜਾ ਸਹਿਯੋਗ ਮਿਲ ਰਿਹਾ, ਸਰਕਾਰਾਂ ਤੋਂ ਮਿਲ ਰਿਹਾ, ਮਲਟੀ ਪਾਰਟੀ ਜਿਹੜੇ MPs ਨੇ ਉਹ ਕਰ ਰਹੇ ਨੇ। ਤੁਸੀਂ ਇੱਥੇ ਯਾਨੀ ਕਿ ਪੈਸਾ ਇਨਵੈਸਟ ਕਰਨ ਆਏ ਹੋ, ਹਾਂਜੀ। ਠੀਕ ਹੈ ਜੀ, ਮਗਰ ਜੇ ਮੈਂ ਇੱਥੇ ਦੀ ਗੱਲ ਕਰਾਂ, ਇੱਥੇ ਦੇ ਜਿਹੜੇ ਨੌਜਵਾਨ ਹੈ ਆਪਣੇ ਕਹਿ ਲਓ ਦਾਦੇ ਦੀਆਂ ਪੋਤੇ ਦੀਆਂ ਜਿਹੜੀਆਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਜਾ ਰਿਹਾ। ਉਹਦਾ ਦਾ ਰੀਜ਼ਨ ਸੋਚੋ ਤੁਸੀਂ, ਕਿਉਂ ਜਾ ਰਿਹਾ? ਮੈਂ ਤੁਹਾਨੂੰ ਪੁੱਛਦਾ ਮੈਂ ਕਿਉਂ ਜਾ ਰਿਹਾ, ਤੁਸੀਂ ਦੱਸੋ ਕਿਉਂ ਨਹੀਂ ਇੱਥੇ ਰਹਿ ਰਿਹਾ? ਉਹਨਾਂ ਦੇ ਕੋਲ ਦੇਖੋ ਆਪਸ਼ਨ ਕੀ ਆ। ਜੇ ਇੱਥੇ ਵੀ ਰਹਿ ਕੇ ਪੜ੍ਹਨਗੇ 7-8 ਲੱਖ 10 ਲੱਖ ਰੁਪਏ, BA ਕਰਨਗੇ, MSc ਕਰਨਗੇ, PhD ਕਰ ਲੈਣਗੇ ਜਾਂ ਕੋਈ ਅਪਲਾਈਡ ਕੋਰਸ ਵੀ ਕਰ ਲੈਣਗੇ, ਜੌਬਸ ਦੀ ਸੈਲਰੀ ਕਿੰਨੀ ਆ ਤੁਸੀਂ ਦੱਸੋ? ਕੀ ਗਰੰਟੀਡ ਜੌਬ ਹੈ? ਕੋਈ ਡੀਸੈਂਟ ਸੈਲਰੀ ਜੌਬ ਹੈ? ਵਾਈਟ ਕਾਲਰ ਜੌਬ ਹੈ? ਨਹੀਂ ਹੈ। ਜੌਬਸ ਦੀ ਪ੍ਰੋਬਲਮ ਨਹੀਂ, ਰੁਜ਼ਗਾਰ ਨਹੀਂ ਪੰਜਾਬ ਦੇ ਵਿੱਚ। ਵੀ ਨੀਡਸ ਜੌਬਸ। ਜਦ ਤੱਕ ਜੌਬਸ ਨਹੀਂ ਆਪਾਂ ਕ੍ਰੀਏਟ ਕਰਦੇ ਉਦ ਤੱਕ ਜਿਹੜਾ ਯੂਥ ਹੈ ਜੀ ਉਹ ਬਾਹਰ ਜਾਂਦਾ ਰਹੇਗਾ। ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਵੀ ਬਾਹਰ ਗਿਆ ਸੀਗਾ ਆਪਣੇ ਟਾਈਮ ਤੇ 1984 'ਚ। ਮੈਂ ਵੀ ਇੱਕ ਕਹਿ ਲਓ ਵੀ ਇੰਟੈਲੈਕਚੁਅਲ ਸੀਗਾ, ਸਾਇੰਸ ਪੋਸਟ ਗ੍ਰੈਜੂਏਟ ਸੀਗਾ। ਆਈ ਵੈਂਟ ਟੂ UK, ਆਈ ਡਿਡ ਐਜੂਕੇਸ਼ਨ ਦੇਅਰ। ਪਰ ਇਹ ਆ ਵੀ ਉਹ ਬ੍ਰੇਨ ਡਰੇਨ ਹੁੰਦੀ ਸੀ ਲਿਮਿਟਡ ਵੇ ਨਾਲ। ਹੁਣ ਤਾਂ ਮਾਸ ਮਾਈਗ੍ਰੇਸ਼ਨ ਹੋ ਰਹੀ ਕਿ ਸਾਰਾ ਯੂਥ ਜਾ ਰਿਹਾ, ਸਾਰਾ ਵੈਲਥ ਵੀ ਜਾ ਰਹੀ ਆ। ਉਹਨੂੰ ਜੇ ਸਟਾਪ ਕਰਨਾ, ਸਰਕਾਰਾਂ ਨੂੰ ਸੋਚਣਾ ਪਵੇਗਾ ਕਿ ਇਸ ਚੀਜ਼ ਨੂੰ ਕਿ ਇੰਡਸਟਰੀ ਕਿਵੇਂ ਲੈ ਕੇ ਆਉਣੀ ਆ। ਸਾਡੇ ਕੋਲ ਐਗਰੋ ਸੈਕਟਰ ਬੜਾ, ਦੇਖੋ ਜੀ ਸਾਡੇ ਕੋਲ ਇੰਨੀ ਫਰਟਾਈਲ ਲੈਂਡ ਆ, ਗੁਰੂਆਂ ਪੀਰਾਂ ਦੀ ਧਰਤੀ ਆ। ਪੰਜਾਬ 'ਚ ਹਰ ਕੁਝ ਹੋ ਸਕਦਾ। ਪੰਜਾਬ ਸਾਰੀ ਦੁਨੀਆ ਦੀ ਫੂਡ ਫੈਕਟਰੀ ਬਣ ਸਕਦਾ, ਪਰ ਸਾਡੇ ਕੋਲ ਐਗਰੋ ਪ੍ਰੋਸੈਸਿੰਗ ਹਾਲੇ ਇੰਡਸਟਰੀ ਨਹੀਂ ਇੰਨੀ ਡਿਵੈਲਪ ਹੋਈ ਹੈ। ਸੋ ਮੈਂ ਸਾਰਾ ਸਟੱਡੀ ਕੀਤਾ ਜੀ ਇੱਥੇ ਪੰਜਾਬ 'ਚ ਰਹਿ ਕੇ। ਸਾਰੇ ਮੈਂ ਤਰ੍ਹਾਂ ਦੀ ਫਾਰਮਿੰਗ ਦੇਖੀ, ਕੁਦਰਤੀ ਖੇਤੀ ਫਾਰਮ ਵੀ ਦੇਖੇ ਪਿੰਗਲਵਾੜਾ ਦੇ। ਮੈਂ ਸੁਸਾਇਟੀਜ਼, ਉੱਨਤੀ ਸੁਸਾਇਟੀ, ਫੈਪਰੀ ਸੁਸਾਇਟੀ, ਕਿਸੇ ਨੇ ਇੰਨਾ ਕੰਮ ਨਹੀਂ ਕੀਤਾ ਹੋਣਾ ਜੀ। ਮੈਂ ਪੰਜਾਬ ਐਗਰੋ ਦਾ ਆਪਣੇ ਜਿਹੜੇ ਹੈਗੇ ਆ ਆਪਣਾ ਪਲਾਂਟ ਵੇਖਿਆ ਹੁਸ਼ਿਆਰਪੁਰ ਦੇ ਵਿੱਚ, ਜਿਹੜਾ ਉਹ ਆਪਣੇ ਕੈਨਿੰਗ ਵਗੈਰਾ ਕਰਦੇ ਆ ਜਾਂ ਫਰੂਟਸ ਬਣਾਉਂਦੇ। ਮੈਂ ਮਾਰਕਫੈਟ ਦਾ ਚੂੜਵਾਲੀ ਦੇ ਵਿੱਚ ਵੀ ਦੇਖਿਆ, ਜਿੱਥੇ ਕਿ ਸੋਹਣਾ ਸਾਗ ਵਗੈਰਾ ਬਣਦਾ। ਸੋ ਸਾਰਾ ਕੁਝ ਸਟੱਡੀ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਮੇਰੇ ਕੋਲ ਨੌਲੇਜ ਆ ਜੀ, ਮੇਰੇ ਕੋਲ ਐਕਸਪੀਰੀਅੰਸ ਆ, ਤੇ ਉਹਦਾ ਜਿਹੜਾ ਅਸੀਂ ਰਲ ਮਿਲ ਕੇ ਆ ਸਰਕਾਰਾਂ ਜਾਂ ਡਿਪਾਰਟਮੈਂਟ ਆ, ਅਸੀਂ ਪੰਜਾਬ ਦੀ ਬੈਟਰਮੈਂਟ ਕਰਾ ਸਕਦੇ ਹਾਂ। ਇਨਫੈਕਟ ਹੁਣ ਅਸੀਂ ਤੇ ਕੁਝ ਪ੍ਰੋਜੈਕਟਸ ਅਸੀਂ ਲੈ ਕੇ ਆਈਏ ਤਾਂ ਇਹ ਚੀਜ਼ਾਂ ਟੈਕਲ ਹੋਣਗੀਆਂ ਕਿ ਜੌਬਸ ਕ੍ਰੀਏਟ ਹੋਣ। ਫਿਰ ਹੀ ਸਟੂਡੈਂਟ ਦੁਬਾਰਾ ਫਿਰ ਉਹ ਡਿਕਲਾਈਨ ਹੋ ਗਿਆ ਕਿ ਉਹ ਇੱਥੇ ਰਹਿਣਗੇ, ਇੱਥੇ ਕੰਮ ਕਰਨਗੇ। ਅੱਜ ਕੱਲ੍ਹ ਸਭ ਤੋਂ ਵੱਡਾ ਇਸ਼ੂ ਚੱਲ ਰਿਹਾ ਮੈਰਿਜ ਦਾ, ਜਾਂ ਕਹਿ ਦੋ ਲੜਕਾ ਉੱਥੇ ਦਾ, ਲੜਕੀ ਇੱਥੇ ਦੀ, ਲੜਕੀ ਉੱਥੇ ਦੀ, ਲੜਕਾ ਇੱਥੇ ਦਾ, ਵਿਆਹ ਕਰਾ ਕੇ ਬਾਹਰ ਨੂੰ ਜਾਂਦੇ ਆ, ਉੱਥੇ ਜਾ ਕੇ ਅਲੱਗ ਹੋ ਜਾਂਦੇ ਆ, ਲੜਾਈ ਝਗੜਾ ਸ਼ੁਰੂ ਹੋ ਜਾਂਦਾ। ਦੇਖੋ ਜੀ ਇਹਦਾ ਐਕਚੁਅਲੀ ਤਾਂ ਐਜੂਕੇਸ਼ਨ ਦੇ ਬੇਸ ਤੇ ਹੀ ਜਾਂਦੇ ਆ, ਐਜ਼ ਅ ਸਟੂਡੈਂਟ ਜਾਂਦੇ ਆ। ਤੇ ਕਿਉਂਕਿ ਸਟੂਡੈਂਟ ਜਦੋਂ ਬਾਹਰ ਜਾਂਦਾ ਨਾ ਜੀ, ਉਹ ਆਪਣੇ ਸਪਾਊਸ ਨੂੰ, ਪਾਰਟਨਰ ਨੂੰ ਲੈ ਕੇ ਜਾ ਸਕਦਾ। ਤੇ ਸਟੂਡੈਂਟ ਕੋਲ ਤਾਂ ਹੁਣ 20, ਚਲੋ ਹੁਣ ਉਹਨਾਂ ਨੇ ਵੈਸੇ ਲਿਮਿਟ ਉਹ ਚੱਕ ਦਿੱਤੀ ਆ। ਸਟੂਡੈਂਟ ਤਾਂ ਪੜ੍ਹੇਗਾ ਤਾਂ ਥੋੜ੍ਹਾ ਕੰਮ ਕਰੇਗਾ, ਪਾਰਟ ਟਾਈਮ ਕੰਮ ਕਰੇਗਾ। ਜਿਹੜਾ ਸਪਾਊਸ ਆ ਉਹ ਫੁੱਲ ਟਾਈਮ ਕੰਮ ਕਰ ਸਕਦਾ। ਸੋ ਇਸ ਕਰਕੇ ਉਹ ਜਦੋਂ ਹੁਣ ਉਹ ਜਾਂਦੇ ਨੇ ਇੱਥੋਂ, ਇੱਕ ਉਹਨਾਂ ਦਾ ਅਰੇਂਜਮੈਂਟ ਹੋ ਜਾਂਦਾ। ਕਈ ਵਾਰੀ ਪੈਸੇ ਨਹੀਂ ਹੁੰਦੇ, ਆਪਸ ਵਿੱਚ ਹੀ ਉਹ ਕਰ ਲੈਂਦੇ ਨੇ ਕੋਲੈਬੋਰੇਸ਼ਨ। ਪਰ ਜਦੋਂ ਬਾਹਰ ਜਾਂਦੇ ਨੇ ਉਹਨਾਂ ਦੀ ਉਹ ਇੱਕ ਵਿਆਹ ਵਾਲੀ ਗੱਲ ਤਾਂ ਹੁੰਦੀ ਨਹੀਂ, ਇੱਕ ਸੌਦੇਬਾਜ਼ੀ ਹੁੰਦੀ ਆ। ਫਿਰ ਉਹ ਵਿਆਹ ਨਹੀਂ ਉਹ ਉਹਨਾਂ ਦੇ ਚੱਲ ਸਕਦੇ। ਪਰ ਇਹ ਹੈਗਾ ਕਿ ਇਹ ਵੀ ਇੱਕ ਅਸਲੀ ਇਹਦਾ ਮੁੱਦਾ, ਇਹਦਾ ਵੀ ਕਾਰਨ ਜੌਬਸ ਹੀ ਆ, ਰੁਜ਼ਗਾਰ ਨਹੀਂ ਹੈ ਜੀ ਪੰਜਾਬ। ਜੇ ਰੁਜ਼ਗਾਰ 'ਚ ਹੋਏਗਾ। ਅੱਛਾ, ਜੇ ਦੂਜੀ ਗੱਲ ਕਿਉਂਕਿ ਮੈਂ ਐਜੂਕੇਸ਼ਨਿਸਟ ਆ, ਮੈਂ ਦੇਖਦਾ ਵੀ ਸਾਡਾ ਜਿਹੜਾ ਲੈਵਲ ਐਜੂਕੇਸ਼ਨ ਦਾ ਲੈਵਲ ਆ ਹਾਲੇ ਵੀ ਇੰਟਰਨੈਸ਼ਨਲ ਲੈਵਲ ਨਹੀਂ ਹੈ। ਬਾਹਰਲੀਆਂ ਜਿੰਨੀਆਂ ਯੂਨੀਵਰਸਿਟੀਜ਼ ਆ ਉਹਨਾਂ ਦਾ ਜਿਹੜਾ ਇੰਡਸਟਰੀ ਰੈਲੇਵੈਂਸ ਐਂਡ ਲਿੰਕੇਜ, ਇਹੋ ਜਿਹੀਆਂ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ। ਮੈਂ ਯੂਨੀਵਰਸਿਟੀ ਆਫ ਵਾਰਕ ਦੇ ਵਿੱਚ ਰਹਿਣਾ ਜੀ, ਕੋਵੈਂਟਰੀ ਦੇ ਵਿੱਚ, ਤੇ ਉਹ ਯੂਨੀਵਰਸਿਟੀ ਟੌਪ 6 ਰੈਂਕ ਯੂਨੀਵਰਸਿਟੀ ਆ UK ਦੀ। ਤੇ ਉੱਥੇ ਵਾਰਕ ਮੈਨੂਫੈਕਚਰਿੰਗ ਗਰੁੱਪ ਆ, ਇੱਕ ਇੰਡਸਟਰੀ ਆ ਵਿਦਨ ਦਾ ਯੂਨੀਵਰਸਿਟੀ। ਤੇ ਉਹਨਾਂ ਦਾ ਜਿਹੜਾ ਸਾਇੰਸ ਪਾਰਕ ਹੈ ਉਹਦੇ ਵਿੱਚ 40 ਤੋਂ ਜ਼ਿਆਦਾ ਕੰਪਨੀਆਂ ਰਿਸਰਚ ਐਂਡ ਡਿਵੈਲਪਮੈਂਟ ਕਰ ਰਹੀਆਂ। ਤੁਸੀਂ ਦੱਸੋ ਮੈਨੂੰ ਪੰਜਾਬ ਦੀ ਕੋਈ ਯੂਨੀਵਰਸਿਟੀ ਹੈ ਜਿੱਥੇ ਕੰਪਨੀਆਂ ਰਿਸਰਚ ਐਂਡ ਡਿਵੈਲਪਮੈਂਟ ਕਰ ਰਹੀਆਂ ਹੁਣ ਕੈਂਪਸ ਦੇ ਵਿੱਚ? ਨਹੀਂ ਹੈ। ਕਿਉਂ ਨਹੀਂ ਅਸੀਂ ਫੋਲੋ ਕਰ ਰਹੇ? ਸੋ ਉਹਨਾਂ ਦੀ ਜਿਹੜੀ ਆਪਣੇ ਜਿਹੜਾ ਸਾਡਾ WMG ਹੈ, ਇਸ ਵਰਲਡ ਲੀਡਿੰਗ ਰਿਸਰਚ ਗਰੁੱਪ ਆ। ਸੋ ਸਾਨੂੰ ਜਿਹੜਾ ਨਾ ਕੋਲੈਬੋਰੇਸ਼ਨ ਚਾਹੀਦੇ ਆ। ਅਸੀਂ ਪੰਜਾਬ ਦੇ ਵਿੱਚ ਵੀ ਜਿਹੜੀ ਇੰਡਸਟਰੀ ਆ ਉਹਨੂੰ ਐਕੈਡੈਮਿਕਸ ਨਾਲ ਜੋੜੀਏ, ਅਸੀਂ ਸਟੂਡੈਂਟਸ ਦਾ ਫਿਊਚਰ ਬ੍ਰਾਈਟ ਬਣਾਈਏ, ਉਹਨਾਂ ਵਾਸਤੇ ਡੀਸੈਂਟ ਸੈਲਰੀ ਜੌਬਸ ਹੋਣ, 1 ਲੱਖ ਤੋਂ ਜ਼ਿਆਦਾ ਮਹੀਨੇ ਦੀ ਹੋਵੇ, ਡੀਸੈਂਟ ਲਿਵਿੰਗ ਵੇਜ ਹੋਵੇ। ਜਦ ਤੱਕ ਅਸੀਂ ਉਹ ਨਹੀਂ ਕਰਾਂਗੇ, ਪੰਜਾਬ ਤੋਂ ਯੂਥ ਸਟੂਡੈਂਟ ਜਾਂਦੇ ਰਹਿਣਗੇ। ਜਿੱਦਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ
NRI ਮਿਲਣੀ ਸਮਾਰੋਹ ਦਾ ਆਯੋਜਨ ਕੀਤਾ, ਤੁਹਾਨੂੰ ਨਹੀਂ ਲੱਗਦਾ ਕਾਫੀ ਲੰਬੇ ਸਮੇਂ ਬਾਅਦ ਕੀਤਾ? ਹਾਂਜੀ, ਇਹ ਹੋਣਾ ਚਾਹੀਦਾ ਸੀ ਜਲਦੀ। ਚਲੋ ਸਰਕਾਰ ਬਣੀ ਤੇ ਉਹਨਾਂ ਨੇ ਹੁਣ ਦੇਖੋ ਉਪਰਾਲੇ ਕਰ ਰਹੇ, ਮੇਰੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ ਧਾਲੀਵਾਲ ਸਾਹਿਬ ਨਾਲ, ਉਹ ਪਾਲਿਸੀ ਤੇ ਵੀ ਕੰਮ ਕਰ ਰਿਹਾ, ਨਵੀਂ NRI ਪਾਲਿਸੀ ਤੇ ਜਿਹੜੀ ਪ੍ਰਾਪਰਟੀ ਆ ਉਹਦੇ ਵਾਸਤੇ ਵੀ ਕੰਮ ਕਰ ਰਿਹਾ ਕਿ NRI ਦੀ ਪ੍ਰਾਪਰਟੀ ਐਟ ਦ ਸੇਮ ਟਾਈਮ ਸਾਨੂੰ ਨਾ, ਤੁਸੀਂ ਕਹਿੰਦੇ ਹੋ ਸਾਨੂੰ ਪੰਜਾਬ 'ਚ ਲੋਕਲ ਲੈਵਲ ਤੇ ਵੀ ਅਵੇਅਰਨੈਸ ਲੈ ਕੇ ਆਉਣ ਦੀ ਲੋੜ ਆ ਕਿ ਅਸੀਂ ਸਾਰੇ ਬਾਹਰ ਨਹੀਂ ਜਾ ਸਕਦੇ, ਜਾਣਾ ਵੀ ਨਹੀਂ ਚਾਹੀਦਾ, ਅਸੀਂ ਪੰਜਾਬ 'ਚ ਖੁਦ ਜੌਬਸ ਕ੍ਰੀਏਟ ਕਰੀਏ। ਮੈਂ ਜੀ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕਾਫੀ ਕੰਪਨੀਆਂ ਦੇ ਨਾਲ ਐਜ਼ ਐਡਵਾਈਜ਼ਰ ਕੰਮ ਕਰਦਾ, ਠੀਕ ਹੈ ਜੀ, ਚੰਡੀਗੜ੍ਹ 'ਚ ਵੀ ਪੰਜਾਬ 'ਚ ਵੀ। ਇੱਕ ਕੰਪਨੀ ਆ ਜੀ ਸਿੰਬਾ ਕੁਆਰਟਸ, IT ਕੰਪਨੀ ਆ, ਇੱਕ ਪਿੰਡ ਦੇ ਵਿੱਚ ਬਣਾਈ ਹੋਈ ਆ। ਮੇਰੇ ਬਹੁਤ ਅੱਛੇ ਐਸੋਸੀਏਟ ਨੇ ਜੀ, CEO ਉਸ ਕੰਪਨੀ ਦੇ ਮਨਦੀਪ ਕੌਰ ਟਾਂਗਰਾ ਜੀ, ਉਹਨਾਂ ਨੇ ਆਪਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਨੇ, ਇੱਥੋਂ ਪੜ੍ਹਾਈ ਕਰਕੇ US ਦੀ ਬਜਾਏ ਆਪਣੇ ਪਿੰਡ ਦੇ ਵਿੱਚ IT ਕੰਪਨੀ ਬਣਾਈ। ਤੇ 100 ਜਦੋਂ ਮੈਂ ਮਿਲਿਆ ਸੀ ਤਾਂ ਉਦੋਂ 30 ਬੰਦੇ ਕੰਮ ਕਰਦੇ ਸੀ, ਹੁਣ 130 ਕਰਦੇ ਆ। ਤੇ ਮੈਂ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਕੰਪਨੀਜ਼ ਨੇ ਉਹ ਗਲੋਬਲੀ ਕਨੈਕਟ ਹੋਣ, ਉਹਨਾਂ ਨੂੰ ਬਿਜ਼ਨਸ ਆਵੇ ਤੇ ਉਹਨਾਂ ਦਾ ਜਿਹੜਾ ਅਸੀਂ ਜੌਬਸ ਕ੍ਰੀਏਟ ਕਰੀਏ। ਜੇ ਉਹ ਮਨਦੀਪ ਕੌਰ ਟਾਂਗਰਾ ਕਰ ਸਕਦੀ ਆ, ਇਹੋ ਜਿਹੀਆਂ ਹੋਰ ਬਹੁਤ ਸਾਡੇ ਐਂਟਰਪ੍ਰੈਨਿਓਰ ਹੋ ਸਕਦੇ ਆ ਜਿਹੜੇ ਰੂਰਲ ਏਰੀਆ ਦੇ ਵਿੱਚ ਵੀ ਇੰਡਸਟਰੀ ਕ੍ਰੀਏਟ ਕਰ ਸਕਦੇ ਆ। ਸਾਨੂੰ ਇਸ ਚੀਜ਼ ਤੇ ਵੀ ਸਰਕਾਰ ਲੈ ਰਹੀ ਆ, ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਸਰਕਾਰ ਨੇ ਬਹੁਤ ਨੋਟਿਸ ਲਿਆ, ਬਹੁਤ ਉਹਦਾ ਐਪਰੀਸ਼ੀਏਸ਼ਨ ਵੀ ਕੀਤਾ, ਪਰ ਜਿਹੜੇ ਐਂਟਰਪ੍ਰੈਨਿਓਰਸ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਜਾਂ ਕਿਸੇ ਕਿਸਮ ਦੀ ਸਪੋਰਟ ਨਹੀਂ। ਜਦ ਤੱਕ ਅਸੀਂ SME ਸਟਾਰਟਅਪ ਨਹੀਂ ਪ੍ਰਮੋਟ ਕਰਾਂਗੇ, ਨਹੀਂ ਸਪੋਰਟ ਕਰਾਂਗੇ, ਪੰਜਾਬ 'ਚ ਜੌਬ ਨਹੀਂ ਕ੍ਰੀਏਟ ਹੋ ਸਕਦੀਆਂ। ਮੇਰਾ ਇਹ ਵੀ ਮੈਸੇਜ ਹੈ ਸਰਕਾਰਾਂ ਨੂੰ ਵੀ ਹੈ, ਡਿਪਾਰਟਮੈਂਟ ਨੂੰ ਵੀ ਹੈ, ਲੋਕਾਂ 'ਚ ਵੀ ਹੈ, ਤੁਸੀਂ ਜੌਬ ਕ੍ਰੀਏਟਰ ਬਣੋ। ਤੁਸੀਂ ਅੱਜ ਅਸੀਂ ਸਿਰਫ ਨੌਕਰੀਆਂ ਤੇ ਨਹੀਂ ਵੀ ਅਸੀਂ ਪੜ੍ਹ ਲਿਆ ਤੇ ਸਾਨੂੰ ਸਰਕਾਰੀ ਨੌਕਰੀ ਮਿਲ ਲਈ ਜਾਂ ਸਾਨੂੰ ਅਸੀਂ ਕਿਤੇ ਹੋਰ ਜਾ ਕੇ ਨੌਕਰੀ ਕਰ ਲਈ। ਸਾਨੂੰ ਪੰਜਾਬ ਦੇ ਵਿੱਚ ਸਟਾਰਟਅਪ ਵੀ ਚਾਹੀਦੇ ਆ, ਸਾਨੂੰ ਸਮੌਲ ਟੂ ਮੀਡੀਅਮ ਜਿਹੜਾ ਹੈਗਾ ਸੈਕਟਰ ਉਹਦੇ ਵਿੱਚ ਬਿਜ਼ਨਸ ਵੀ ਚਾਹੀਦਾ। ਤੇ ਇਹ ਚੀਜ਼ਾਂ ਤੇ ਸਾਰੇ ਡਿਪਾਰਟਮੈਂਟਾਂ ਨੂੰ ਦੇਣ ਦੀ ਲੋੜ ਆ। ਵੈਸੇ ਸਾਡਾ ਹੁਣ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਕਾਫੀ ਵਿਜ਼ਨ ਪੰਜਾਬ ਹੋਇਆ ਜੀ, ਫਿਰ ਇਨੋਵੇਸ਼ਨ ਪੰਜਾਬ ਵੀ ਹੋਇਆ, ਕਾਫੀ ਕੰਮ ਚੱਲ ਰਿਹਾ। ਪਰ ਮੇਰਾ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਫਰਕ ਵੀ ਹੋਏਗਾ, ਪਰ ਸਾਨੂੰ ਹੋਰ ਲੋੜ ਆ ਟੂ ਗਲੋਬਲੀ ਕਨੈਕਟ। ਅੱਜ ਦੁਨੀਆ ਗਲੋਬਲ ਆ, ਜਿੱਥੇ ਮਰਜ਼ੀ ਬੈਠੇ ਹੋ ਤੁਸੀਂ ਕੰਮ ਕਰ ਸਕਦੇ ਆ ਜੀ, ਤੁਹਾਡੇ ਕੋਲ ਡੈਸਕ ਚਾਹੀਦਾ, ਕੰਪਿਊਟਰ ਚਾਹੀਦਾ। ਸੋ ਇਸ ਕਰਕੇ ਪੰਜਾਬ ਕੈਨ ਆਲਸੋ ਬਿਕਮ IT ਹਬ ਆਫ ਦ ਵਰਲਡ, ਵਾਈ ਨਾਟ। ਬੰਗਲੌਰ ਆ, ਹੈਦਰਾਬਾਦ ਦੇਖੋ ਕਿੰਨੀ ਤਰੱਕੀ ਹੋਈ ਹੈ ਜੀ। ਸੋ ਇਹ ਸਾਨੂੰ ਆਊਟਰੀਚ ਕਰਨ ਦੀ ਲੋੜ ਆ। ਅਸੀਂ ਗੱਲ ਕਰੀਏ ਸੂਬੇ ਦੀਆਂ ਸਰਕਾਰਾਂ ਵੱਲੋਂ ਵੱਡੇ ਦਅਵੇ ਤਾਂ ਕਰ ਦਿੱਤੇ ਜਾਂਦੇ ਨੇ ਕਿ NRIਆਂ ਲਈ ਅਸੀਂ ਇਹ ਕਰ ਰਹੇ ਹਾਂ, ਮਗਰ ਉਹ ਜਿਹੜੇ ਦਾਅਵੇ ਆ ਕੁਝ ਸਮੇਂ ਲਈ ਹੀ ਦੇਖੇ ਜਾਂਦੇ ਆ। ਦੇਖੋ ਇਹ ਹੁੰਦਾ ਕਿ ਇਹਨੂੰ ਅਸੀਂ ਲੌਂਗ ਟਰਮ ਫੋਲੋ ਕਰਨਾ ਪੈਣਾ, ਪ੍ਰੋਸੀਜਰ ਮੈਂ ਕਹਿੰਦਾ ਬਣਾਉਣਾ ਪੈਣਾ ਕਿ ਸਰਕਾਰ ਨੂੰ ਸਿਸਟਮੈਟਿਕ ਸਿਸਟਮ ਬਣਾਉਣਾ ਚਾਹੀਦਾ। ਜਿਵੇਂ ਕਹਿ ਰਿਹਾ ਕਿ ਜਿਵੇਂ NRIs ਆ, ਤੁਸੀਂ ਡਿਸਟ੍ਰਿਕਟ ਲੈਵਲ ਤੇ ਇੱਕ ਨੋਡਲ ਅਫਸਰ ਲਾਓ ਜਿਹੜਾ ਉਹ NRIs ਦੀ ਜਿਹੜੀ ਹੈਗੀ ਆ ਬਿਲਕੁਲ ਉਹਦਾ ਡਾਇਰੈਕਟ ਕੰਟੈਕਟ ਹੋਵੇ, NRI ਉਹਨੂੰ ਕਨੈਕਟ ਕਰ ਸਕਣ, ਜਿਹੜੀ ਕੋਈ ਇਸ਼ੂ ਆ ਲੋਕਲ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਦੇ ਸੋਲਵ ਕਰਾਉਣ। ਤੇ ਬਾਕੀ ਕੋਰਟਸ ਦਾ ਵੀ ਹੈ, ਕੋਰਟਸ ਬਹੁਤ ਟਾਈਮ ਲਾਉਂਦੀਆਂ, ਉਹ ਤੁਹਾਨੂੰ ਸਪੀਡੀ ਮਸਲੇ ਕਰਨੇ ਪੈਣੇ ਆ। ਜਿਹੜੇ ਆ ਫੇਕ ਕੇਸਿਸ ਹੁੰਦੇ ਉਹ ਲਾ ਐਂਡ ਆਰਡਰ। NRIs ਦੇ ਬੱਚੇ ਕਿਵੇਂ ਆਉਣਗੇ? ਤੁਸੀਂ ਕਦੇ ਸੋਚਿਆ? ਕੋਈ ਇਕੱਲਾ ਬੱਚਾ ਨਹੀਂ ਆਉਂਦਾ, ਤੇ ਉਹ ਜੇ ਅਸੀਂ ਉਹਨਾਂ ਨੂੰ ਲੈ ਕੇ ਆਉਣਾ। ਜਿਹੜੇ ਬਾਹਰ ਨਾ ਕੋਈ ਵੀ ਮੁਲਕ 'ਚ ਹੋਵੇ NRI ਹੋਵੇ, ਉਹ ਆਪਣੇ ਬੱਚਿਆਂ ਨੂੰ ਕਹੀਏ ਅਸੀਂ ਇੰਡੀਆ ਚਲੀਏ, ਬੱਚਾ ਸਾਫ਼ ਕਰ ਦੂਗਾ ਅਸੀਂ ਨਹੀਂ ਜਾਣਾ। ਉਹਦਾ ਰੀਜ਼ਨ ਆ ਜੀ, ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਨਾ ਇੱਕ এনवायरमेंट ਬਣਾਉਣਾ ਪੈਣਾ। ਜਦੋਂ ਤੁਸੀਂ ਪੰਜਾਬ ਆਉਂਦੇ ਆ, ਤੁਸੀਂ ਆਪਣੇ ਪਿੰਡ ਜਾਂਦੇ ਹੋ, ਚਲੋ ਆਪਾਂ ਸਾਡੇ ਕੋਲ ਰਿਲੀਜੀਅਸ ਟੂਰਿਜ਼ਮ ਹੈਗਾ, ਪਰ ਸਾਨੂੰ ਟੂਰਿਸਟ ਵੀ ਜਿਹੜੇ ਰਿਜ਼ੋਰਟ ਸਾਨੂੰ ਬਣਾਉਣੇ ਚਾਹੀਦੇ ਆ। ਬੱਚੇ ਦੁਬਈ ਕਿਉਂ ਜਾਂਦੇ ਦੱਸੋ ਮੈਨੂੰ, ਤੁਸੀਂ ਦੁਬਈ ਕਿਉਂ ਜਾਂਦੇ? ਹੋਰ ਜਿਹੜੇ ਹੈਗੇ ਆ ਰਿਜ਼ੋਰਟ ਵਾਈਡ ਵਰਲਡ ਆਪਣੇ ਸਾਰੀ ਦੁਨੀਆ ਤੇ ਆ, ਤੇ ਬੱਚਿਆਂ ਨੂੰ ਜੇ ਜੋੜਨਾ ਤੇ ਉਹਨਾਂ ਨੂੰ ਸਾਨੂੰ ਉਹਦਾ ਵਾਸਤੇ ਰੀਜ਼ਨ ਵੀ ਕ੍ਰੀਏਟ ਕਰਨਾ ਪੈਣਾ। ਸੋ ਸਾਨੂੰ ਰਿਜ਼ੋਰਟ ਬਣਾਉਣੇ ਪੈਣਗੇ, ਸਾਨੂੰ ਉਹਨਾਂ ਵਾਸਤੇ ਹੈਰੀਟੇਜ ਸਾਡਾ ਜੀ, ਸਾਡੇ ਕੋਲ ਰਿਲੀਜੀਅਸ ਟੂਰਿਜ਼ਮ ਤਾਂ ਹੈ ਹੀ ਹੈ, ਪਰ ਸਾਡੇ ਨਾਲ ਹੈਰੀਟੇਜ ਬਹੁਤ ਜ਼ਿਆਦਾ ਹੈਗਾ। ਫਿਰ ਸਾਡੇ ਕੋਲ ਜੀ ਹਿਮਾਚਲ ਆ, ਨਾਲ ਇੱਧਰ ਆਪਣੇ ਕਹਿ ਲਓ ਵੀ ਉਹ ਜਿਹੜਾ ਹਿਲੀ ਏਰੀਆ ਸਾਡਾ, ਈਕੋ ਟੂਰਿਜ਼ਮ ਵੀ ਬਹੁਤ ਸੋਹਣਾ ਹੋ ਸਕਦਾ। ਬੜਾ ਕੁਝ ਪੰਜਾਬ 'ਚ ਹੋ ਸਕਦਾ। ਸਰਕਾਰ ਨੂੰ ਮਤਲਬ ਇਸ ਚੀਜ਼ 'ਤੇ ਜ਼ੋਰ ਦੇਣ ਦੀ ਲੋੜ ਆ ਕਿ ਅਸੀਂ ਪੰਜਾਬ ਨੂੰ ਕਿਵੇਂ ਟੂਰਿਜ਼ਮ ਇੱਕ ਸੈਂਟਰ ਬਣਾਉਣਾ ਵੀ ਸਾਰੀ ਦੁਨੀਆ ਤੋਂ ਇੱਥੇ ਪੰਜਾਬੀ ਨਾਨ ਪੰਜਾਬੀ ਆਉਣ। ਸੋ ਉਹਦੇ ਵਿੱਚ ਵੀ ਦੇਣ ਦੀ ਲੋੜ ਆ, ਟੂਰਿਜ਼ਮ ਤੇ ਵੀ ਧਿਆਨ ਦੇਣ ਦੀ ਲੋੜ ਆ। ਜਲੰਧਰ ਦੇ ਵਿੱਚ NRI ਭਵਨ ਤਾਂ ਬਣਿਆ NRI ਵਾਸਤੇ। ਅਸੀਂ ਕਈ ਲੋਕ ਦੇਖੇ ਹੋਏ ਜਿਹੜੇ ਉੱਥੇ ਲਗਾਤਾਰ ਆਪਣੀ ਮੁਸ਼ਕਲਾਂ ਲੈ ਕੇ ਪਹੁੰਚਦੇ ਨੇ, ਮਗਰ ਉਹਨਾਂ ਦੀ ਮੁਸ਼ਕਲਾਂ ਦਾ ਕੋਈ ਵੀ ਸੋਲੂਸ਼ਨ ਦਿਖਾਈ ਦਾ ਵੀ ਕੰਮ ਹੈ, ਇਹ ਜਿਹੜੀ ਇਨਫੋਰਸਮੈਂਟ ਉਹਦਾ ਵੀ ਕੰਮ ਹੈ, ਫਿਰ ਲੋਕਾਂ ਦਾ ਕੰਮ ਆ, ਪ੍ਰਜਾ ਦਾ ਕੰਮ ਆ। ਅਸੀਂ ਆਪ ਹੀ ਸਿਸਟਮ ਵਿਗਾੜਿਆ ਹੋਇਆ, ਆਪ ਹੀ ਸਾਡਾ ਐਟੀਟਿਊਡ ਆ। ਅਸੀਂ ਡਰਾਈਵਿੰਗ ਸਿੱਖਦੇ ਨਹੀਂ ਹੈਗੇ, ਫਿਰ ਸੜਕ ਤੇ ਚਲੇ ਜਾਂਦੇ ਆ, ਅਸੀਂ ਲਾਜ਼ ਨਹੀਂ ਅਵਾਇਡ ਕਰਦੇ। ਚੰਡੀਗੜ੍ਹ 'ਚ ਲਿਖਿਆ ਹੋਇਆ ਜੀ ਹਰ ਗਰਾਊਂਡ ਬੋਰਡ ਤੇ, ਗਿਵ ਵੇ ਟੂ ਦ ਟ੍ਰੈਫਿਕ ਕਮਿੰਗ ਫਰਮ ਦ ਰਾਈਟ ਹੈਂਡ ਸਾਈਡ। ਸੌਰੀ ਫॉर ਮਾਈ ਇੰਗਲਿਸ਼। ਪੜ੍ਹੇ ਲਿਖੇ ਆ, ਕੈਪੀਟਲ ਹੈ ਨਾ ਜੀ, ਉੱਥੇ ਵੀ ਲੋਕ ਨਹੀਂ ਇਸ ਚੀਜ਼ ਦੇ ਉੱਤੇ ਧਿਆਨ ਦੇ ਰਹੇ, ਪੜ੍ਹੇ ਲਿਖੇ ਵੀ। ਸੋ ਮੈਂ ਕੀ ਕਹਿ ਸਕਦਾ?
ਸੋ ਇਹ ਜਨਤਾ ਨੂੰ ਵੀ ਅਵੇਅਰਨੈਸ ਲਿਆਉਣ ਦੀ ਲੋੜ ਆ। ਮੀਡੀਆ ਨੂੰ ਚਾਹੀਦਾ ਤੁਹਾਡੇ ਬਾਰੇ ਇਹਨੂੰ ਵੀ ਦੱਸੋ ਵੀ ਡਰਾਈਵਿੰਗ ਕਿਵੇਂ ਕਰਨੀ ਆ, ਲੋਕਾਂ ਨੂੰ ਵਧੀਆ ਸਿਟੀਜ਼ਨ ਬਣਾਓ, ਉਹਨਾਂ ਨੂੰ ਦੱਸੋ ਵੀ ਤੁਸੀਂ ਲਾਅ ਅਵਾਇਡ ਕਰੋ। ਸੋ ਇਸ ਕਰਕੇ ਆਪਾਂ ਇਕੱਠੇ ਰਲ ਮਿਲ ਕੇ ਇਸ ਦਾ ਉਪਰਾਲਾ ਕਰੀਏ। ਕੋਈ ਵੀ ਇਕੱਲਾ ਨਾ ਐਨਆਰਆਈਜ਼ ਕਰ ਸਕਦੇ ਆ, ਨਾ ਹੀ ਸਰਕਾਰਾਂ ਕਰ ਸਕਦੀਆਂ। ਜੇ ਲੋਕ ਵੀ ਆਪਣੇ 'ਚ ਆਪ ਇੱਕ ਅਵੇਅਰਨੈਸ ਲਿਆਉਣ, ਅਸੀਂ ਉਹ ਅਵੇਅਰਨੈਸ ਲਿਆਉਣੀ ਚਾਹੀਦੀ ਆ ਕਿ ਅਸੀਂ ਖੁਦ ਆਪਣੀਆਂ ਇੱਥੇ ਇੰਡਸਟਰੀ ਲੈ ਕੇ ਆਉਣੀ ਆ, ਛੋਟੇ ਛੋਟੇ ਉਦਯੋਗ ਅਸੀਂ ਖੋਲਾਂਗੇ, ਸਰਕਾਰ ਦੀ ਪਾਲਿਸੀ ਹੋਣੀ ਚਾਹੀਦੀ ਆ, ਫਿਰ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਆ। ਮੇਰਾ ਲਾਸਟ ਕੁਐਸਚਨ ਹੈ, ਜਿਹੜੇ ਵੀ ਵਿਅਕਤੀ ਕਿਸੇ ਵੀ ਮੁਲਕ ਤੋਂ ਬਾਹਰ ਚਲੇ ਜਾਂਦੇ ਆ, ਉਹ ਆਪਣੀ ਜਿੱਦਾਂ ਕਹਿ ਦਿਓ ਜਾਇਦਾਦ ਜਾਂ ਕਹਿ ਲਓ ਜਾਂ ਆਪਣੀ ਕੋਠੀ ਕਹਿ ਲਓ, ਜ਼ਮੀਨ ਕਹਿ ਲਓ, ਆਪਣੇ ਰਿਸ਼ਤੇਦਾਰਾਂ ਨੂੰ ਜਾਂ ਜਿਨ੍ਹਾਂ 'ਤੇ ਉਹਨਾਂ ਦਾ ਭਰੋਸਾ ਹੁੰਦਾ ਉਹਨਾਂ ਦੇ ਹਵਾਲੇ ਕਰਕੇ ਚਲੇ ਜਾਂਦੇ ਆ। ਬਾਅਦ 'ਚੋਂ ਉਹ ਲੋਕ ਐਨਆਰਆਈ 'ਤੇ ਪਰਚਾ ਕਰਾ ਦਿੰਦੇ ਆ ਔਰ ਐਨਆਰਆਈ ਵਾਪਸ ਆਉਣ ਤੋਂ ਡਰਦਾ ਹੈ ਕਿ ਉਹਨਾਂ ਨੂੰ ਇਹ ਡਰ ਹੁੰਦਾ ਕਿ ਸਾਨੂੰ ਏਅਰਪੋਰਟ ਤੋਂ ਹੀ ਨਾ ਗ੍ਰਿਫਤਾਰ ਕਰ ਲਿੱਤਾ ਜਾਵੇ। ਸਰਕਾਰ ਨੂੰ ਇੱਦਾਂ ਦੀ ਵੀ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ, ਐਨਆਰਆਈ ਆਵੇ, ਆਪਣਾ ਵਕੀਲ ਕਰੇ ਔਰ ਆਪਣਾ ਕੇਸ ਲੜੇ। ਬਿਲਕੁਲ ਜੀ, ਐਨਆਰਆਈ ਪਾਲਿਸੀ ਬਣੀ ਚਾਹੀਦੀ ਆ। ਜਿਹੜਾ ਨਾ ਕੋਈ ਰੈਂਟ ਆਊਟ ਕਰਦੇ ਆ ਜਾਂ ਜ਼ਮੀਨ ਹਾਲੇ ਦਿੰਦੇ ਆ, ਉਹਦੇ ਪ੍ਰੋਪਰ ਐਗਰੀਮੈਂਟ ਅਸੀਂ ਨਹੀਂ ਕਰਦੇ। ਮੂੰਹ ਜ਼ਬਾਨੀ ਜ਼ਿਆਦਾ ਕੰਮ ਹੁੰਦਾ ਜੀ। ਫਿਰ ਸਾਨੂੰ ਪਤਾ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ, ਪਰ ਸਾਨੂੰ ਜੇ ਪੰਜਾਬੀਆਂ ਦੇ ਇਸ਼ੂਜ਼ ਜਿਹੜੇ ਉਹ ਐਡਰੈਸ ਕਰਨੇ ਪੈਣੇ ਆ, ਨਹੀਂ ਤਾਂ ਆਉਣ ਵਾਲੀ ਜਨਰੇਸ਼ਨ ਆਏਗੀ ਨਹੀਂ। ਜਦੋਂ ਉਹਨਾਂ ਨੂੰ ਬੈਡ ਐਕਸਪੀਰੀਅੰਸ ਹੋਏਗਾ ਇੱਕ ਨੂੰ, ਉਹ 100 ਨੂੰ ਜਾ ਕੇ ਦੱਸਣਗੇ ਜੀ ਸਾਡੇ ਨਾਲ ਪੰਜਾਬ 'ਚ ਇਹੋ ਜਿਹੇ ਹੋਏ। ਜਿਹੜੇ ਫੇਕ ਕੇਸਿਸ ਉਹ ਵੀ ਨਹੀਂ ਹੋਣੇ ਚਾਹੀਦੇ। ਐਨਆਰਆਈ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਜਿਹੜੀ ਨੈਕਸਟ ਜਨਰੇਸ਼ਨ ਉਹਨੂੰ ਬਿਲਕੁਲ ਹੀ ਪ੍ਰੋਟੈਕਟ, ਕਿਉਂਕਿ ਉਹ ਜਿਸ ਤਰ੍ਹਾਂ ਕਹਿ ਲਓ ਨਾ ਬੜੇ ਸਿੰਪਲ, ਉਹਨਾਂ ਨੂੰ ਇੱਥੋਂ ਦੇ ਸਿਸਟਮ ਦਾ ਜਾਂ ਮਤਲਬ ਕਿ ਨਹੀਂ ਹੈਗਾ। ਉਹਨਾਂ ਨੇ ਜਿਹੜੀ ਗੱਲ ਦੇਖਣੀ ਆ, ਅਗਰ ਚੰਗੀ ਤਰ੍ਹਾਂ ਟ੍ਰੀਟਮੈਂਟ ਹੋਇਆ ਨਹੀਂ ਤੇ ਉਹ ਦੁਬਾਰਾ ਦੇ ਐਕਚੁਅਲੀ ਲਾਈਕ ਕਿ ਫੋਰਨਰਸ ਕਹਿ ਲਓ ਕਿ ਉਹਨਾਂ ਨੂੰ ਜੇ ਐਕਸਪੀਰੀਅੰਸ ਬੈਡ ਹੋ ਗਿਆ, ਉਹਨਾਂ ਨੇ 100 ਨੂੰ ਜਾ ਕੇ ਦੱਸਣਗੇ, ਉਹ ਨਹੀਂ ਆਉਣਗੇ। ਸੋ ਸਾਨੂੰ ਲੋੜ ਆ ਕਿ ਅਸੀਂ ਐਨਆਰਆਈ ਫਰੈਂਡਲੀ, ਨੈਕਸਟ ਜਨਰੇਸ਼ਨ ਫਰੈਂਡਲੀ ਪੰਜਾਬ ਨੂੰ ਬਣਾਈਏ, ਸਿਸਟਮ ਨੂੰ ਵਧੀਆ ਬਣਾਈਏ, ਤਾਂ ਕਿ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਆ ਇੱਥੇ ਆ ਸਕੇ, ਕਨੈਕਟ ਕਰ ਸਕੇ। ਤੇ ਐਨਆਰਆਈਜ਼ ਦੀ ਜਿਹੜੀ ਪ੍ਰੋਬਲਮਸ ਆ ਉਹਨਾਂ ਨੂੰ ਸਰਕਾਰ ਪਹਿਲ ਦੇ ਤੌਰ ਤੇ, ਸਮਾਂ ਨਹੀਂ ਹੁੰਦਾ, ਉਹਨਾਂ ਨੂੰ ਆਨਲਾਈਨ ਹੀ ਉਹ ਜੇ ਐਡਰੈਸ ਕਰ ਸਕਣ। ਕੋਈ ਵੀ ਇਸ਼ੂ ਹੋਵੇ ਉਹਨਾਂ ਨੂੰ ਸੇਫਟੀ ਸਿਕਿਉਰਿਟੀ, ਜੇ ਕੋਈ ਪ੍ਰੋਬਲਮ ਆਉਂਦੀ ਆ ਦੱਸਿਆ ਨਾ ਬਲਾਕ ਲੈਵਲ ਤੇ, ਉਹਨਾਂ ਦੇ ਉੱਤੇ ਵਾਸਤੇ ਫੈਸਿਲਿਟੀ ਹੋਵੇ ਕਿ ਉਹ ਕਿਸੇ ਨੂੰ ਦੱਸ ਸਕਣ ਤੇ ਨਾਲ ਐਕਸ਼ਨ ਵੀ ਹੋਵੇ। ਨਹੀਂ, ਕਾਫੀ ਕੁਝ ਪਲੈਨਿੰਗ 'ਚ ਆ, ਕਾਫੀ ਕੁਝ ਐਨਆਰਆਈ ਪਾਲਿਸੀ ਜਿਹੜੀ ਆ ਰਹੀ ਆ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਚੇਂਜਸ ਦੇਖੋਗੇ। ਇਹ ਸੀ ਐਨਆਰਆਈ ਲੋਕ ਜਿਹੜੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਨਿੱਜੀ ਕਾਲਜ ਦੇ ਵਿੱਚ ਐਨਆਰਆਈ ਮਿਲਣੀ ਸਮਾਰੋਹ ਰੱਖਿਆ ਗਿਆ, ਉਹਦੇ ਵਿੱਚ ਪਹੁੰਚੇ ਆ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੂੰ ਇੱਥੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਕੋਈ ਡਿਵੈਲਪਮੈਂਟ ਕਰਨੀ ਚਾਹੀਏ ਤਾਂ ਕਿ ਜਿਹੜਾ ਯੂਥ ਹੈ ਇੱਥੇ ਹੀ ਬਹਿ ਕੇ ਕੰਮ ਕਰ ਸਕੇ ਔਰ ਨਾ ਹੀ ਉਹ ਬਾਹਰ ਦਾ ਰੁਖ ਕਰ ਸਕੇ। ਕੈਮਰਾਮੈਨ ਜਤਿਨ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ।